ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕ੍ਰਿਪਟੋਗ੍ਰਾਫੀ ਬਾਰੇ ਪੜਾਂਗੇ। ਕ੍ਰਿਪਟੋ ਦਾ ਮਤਲਬ ਹੁੰਦਾ ਸੀਕ੍ਰੇਟ ਤੇ ਗ੍ਰਾਫੀ ਮਤਲਬ ਰਾਈਟਿੰਗ। ਤਾਂ ਕ੍ਰਿਪਟੋਗ੍ਰਾਫੀ ਕਿਸੇ ਮੈਸੇਜ ਨੂੰ ਸੀਕ੍ਰੇਟ ਤਰੀਕੇ ਨਾਲ ਲਿਖਣ ਦਾ ਇੱਕ ਤਰੀਕਾ, ਉਸ ਤਰੀਕੇ ਦੀ ਸਟੱਡੀ ਨੂੰ ਕ੍ਰਿਪਟੋਗ੍ਰਾਫੀ ਆਖਿਆ ਜਾਂਦਾ। ਕ੍ਰਿਪਟੋਗ੍ਰਾਫੀ ਵਿੱਚ ਉਹ ਸਾਰੇ ਪ੍ਰਿੰਸੀਪਲ ਅਤੇ ਮੈਥਡਸ ਹੁੰਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਇੱਕ ਮੈਸੇਜ ਨੂੰ ਇੱਕ ਦੂਸਰੇ ਮੈਸੇਜ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ ਤੇ ਇਸ ਨੂੰ ਦੁਬਾਰਾ ਫਿਰ ਪਹਿਲੇ ਮੈਸੇਜ ਦੇ ਵਿੱਚ ਓਰੀਜਨਲ ਫਾਰਮ ਦੇ ਵਿੱਚ ਰੀਟ੍ਰਾਂਸਫਾਰਮ ਕੀਤਾ ਜਾਂਦਾ ਹੈ। ਇਸ ਦੇ ਵਿੱਚ ਵਰਤੇ ਜਾਣ ਵਾਲੇ ਕੁਝ ਟਰਮਸ ਇਸ ਪ੍ਰਕਾਰ ਹਨ। ਇਹ ਇੰਟੈਲੀਜੀਬਲ ਮੈਸੇਜ ਦੀ ਓਰੀਜਨਲ ਫਾਰਮ ਹੈ। ਸਾਈਫਰ ਟੈਕਸਟ ਮੈਸੇਜ ट्रांसफर होने तो बाद साइफर टेक्स्ट कहता है। इनक्रिप्शन एल्गोरिथम प्लेन टेक्स्ट के उपर ਵੱਖਰੇ ਵੱਖਰੇ सबस्टिट्यूशनस ਅਤੇ ट्रांसफॉर्मेशनस परफॉर्म करता है। सीक्रेट की यह इस प्रकार की क्रिटिकल जानकारी होंदी है जो कि मैसेज ਨੂੰ ट्रांसफॉर्म ਕਰਨ ਲੱਗੇ ਵਰਤੀ ਜਾਂਦੀ ਹੈ ਤੇ ਸਿਰਫ ਸੈਂਡਰ ਅਤੇ ਰਿਸੀਵਰ ਦੇ ਦੁਆਰਾ ਹੀ ਆਪਣੇ ਕੋਲ ਰੱਖੀ ਜਾਂਦੀ ਹੈ। ਇਨਸਾਈਫਰ ਜਾਂ ਇਨਕੋਡ ਪਲੇਨ ਟੈਕਸਟ ਨੂੰ ਸਾਈਫਰ ਟੈਕਸਟ ਦੇ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਇਨਸਾਈਫਰ ਜਾਂ ਇਨਕੋਡ ਕਿਹਾ ਜਾਂਦਾ ਹੈ। ਡੀਸਾਈਫਰ ਜਾਂ ਡੀਕੋਡ ਸਾਈਫਰ ਟੈਕਸਟ ਨੂੰ ਪਲੇਨ ਟੈਕਸਟ ਦੇ ਵਿੱਚ ਦੁਬਾਰਾ ਬਦਲਣ ਦੀ ਪ੍ਰਕਿਰਿਆ ਨੂੰ ਡੀਸਾਈਫਰ ਜਾਂ ਡੀਕੋਡ ਕਿਹਾ ਜਾਂਦਾ ਹੈ। ਕ੍ਰਿਪਟੋਗ੍ਰਾਫੀ ਸਿਸਟਮਸ ਨੂੰ ਤਿੰਨ ਗੁਣਾਂ ਦੇ ਆਧਾਰ ਤੇ ਵੰਡਿਆ ਜਾ ਸਕਦਾ ਹੈ। ਨੰਬਰ 1, ਜਿਸ ਪ੍ਰਕਾਰ ਦਾ ਆਪਰੇਸ਼ਨ ਪਲੇਨ ਟੈਕਸਟ ਨੂੰ ਸਾਈਫਰ ਟੈਕਸਟ ਦੇ ਵਿੱਚ ਬਦਲਣ ਦੇ ਲਈ ਪਰਫਾਰਮ ਕੀਤਾ ਜਾਂਦਾ ਹੈ। ਇਸ ਦੇ ਦੋ ਜਨਰਲ ਪ੍ਰਿੰਸੀਪਲ ਹਨ, ਸਬਸਟੀਟਿਊਸ਼ਨ ਅਤੇ ਟ੍ਰਾਂਸਪੋਜੀਸ਼ਨ। ਸਬਸਟੀਟਿਊਸ਼ਨ ਦੇ ਵਿੱਚ ਪਲੇਨ ਟੈਕਸਟ ਵਿਚਲਾ ਹਰੇਕ ਐਲੀਮੈਂਟ ਕਿਸੇ ਦੂਸਰੇ ਐਲੀਮੈਂਟ ਦੇ ਵਿੱਚ ਬਦਲਿਆ ਜਾਂਦਾ ਹੈ। ਟ੍ਰਾਂਸਪੋਜੀਸ਼ਨ ਇਸ ਦੇ ਵਿੱਚ ਹਰੇਕ ਐਲੀਮੈਂਟ ਨੂੰ ਰੀਅਰੇਂਜ ਕੀਤਾ ਜਾਂਦਾ ਹੈ। ਨੰਬਰ 2, ਕਰੈਕਟਰਿਸਟਿਕ ਦਾ ਨੰਬਰ ਆਫ ਕੀਜ਼ ਯੂਜ਼ਡ, ਕਿੰਨੀਆਂ ਕੀਜ਼ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਵਿੱਚ ਸੈਂਡਰ ਅਤੇ ਰਿਸੀਵਰ ਸੇਮ ਕੀ ਵਰਤਦੇ ਹਨ, ਜਿਵੇਂ ਕਿ ਸਿਮੈਟ੍ਰਿਕ ਕੀ, ਸਿੰਗਲ ਕੀ, ਸੀਕ੍ਰੇਟ ਕੀ ਜਾਂ ਕਨਵੈਨਸ਼ਨਲ ਇਨਕ੍ਰਿਪਸ਼ਨ। ਇੱਕ ਹੋਰ ਤਰੀਕਾ ਹੁੰਦਾ ਜਿਸ ਦੇ ਵਿੱਚ ਸੈਂਡਰ ਅਤੇ ਰਿਸੀਵਰ ਦੋਨੋਂ ਵੱਖੋ ਵੱਖਰੀ ਕੀ ਵਰਤਦੇ ਹਨ, ਜਿਸ ਨੂੰ ਅਸਿਮੈਟ੍ਰਿਕ ਜਾਂ ਟੂ ਕੀ ਜਾਂ ਪਬਲਿਕ ਕੀ ਇਨਕ੍ਰਿਪਸ਼ਨ ਕਿਹਾ ਜਾਂਦਾ ਹੈ। ਨੰਬਰ 3, ਕਰੈਕਟਰਿਸਟਿਕ, ਜਿਸ ਦੇ ਵਿੱਚ ਉਹ ਤਰੀਕਾ ਹੈ ਜਿਸ ਤਰੀਕੇ ਨਾਲ ਪਲੇਨ ਟੈਕਸਟ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ। ਇਸ ਦੇ ਵਿੱਚ ਪਹਿਲਾ ਤਰੀਕਾ ਹੈ ਬਲੌਕ ਸਾਈਫਰ। ਇਸ ਦੇ ਵਿੱਚ ਇਨਪੁਟ ਦੇ ਇੱਕ ਬਲੌਕ ਆਫ ਐਲੀਮੈਂਟ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ ਇੱਕ ਟਾਈਮ ਤੇ ਅਤੇ ਹਰੇਕ ਇਨਪੁਟ ਬਲੌਕ ਦੇ ਲਈ ਇੱਕ ਆਊਟਪੁੱਟ ਬਲੌਕ ਪ੍ਰੋਡਿਊਸ ਕੀਤਾ ਜਾਂਦਾ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਇੱਕ ਬਿਟ ਜਾਂ ਕਰੈਕਟਰ ਨੂੰ ਇੱਕ ਟਾਈਮ ਤੇ ਇਨਕ੍ਰਿਪਟ ਕੀਤਾ ਜਾਵੇ। ਇਸ ਤੋਂ ਅੱਗੇ ਹੈ ਸਟ੍ਰੀਮ ਸਾਈਫਰ, ਜਿਸ ਦੇ ਵਿੱਚ ਇਨਪੁੱਟ ਐਲੀਮੈਂਟਸ ਨੂੰ ਕੰਟੀਨਿਊਸਲੀ ਮਤਲਬ ਲਗਾਤਾਰ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਇੱਕ ਟਾਈਮ ਤੇ ਇੱਕ ਐਲੀਮੈਂਟ ਆਊਟਪੁੱਟ ਦੇ ਤੌਰ ਤੇ ਪ੍ਰੋਡਿਊਸ ਕੀਤਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਪਲੇਨ ਟੈਕਸਟ ਦੇ ਮੈਸੇਜ ਨੂੰ ਇਕੁਅਲ ਸਾਈਜ਼ ਦੇ ਬਰਾਬਰ ਸਾਈਜ਼ ਦੇ ਬਲੌਕ ਦੇ ਵਿੱਚ ਡਿਵਾਈਡ ਕਰਨਾ ਅਤੇ ਹਰੇਕ ਬਲੌਕ ਨੂੰ ਇੱਕ ਯੂਨਿਟ ਦੀ ਤਰ੍ਹਾਂ ਇਨਕ੍ਰਿਪਟ ਕਰਨਾ। ਜਿਵੇਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਪਲੇਨ ਟੈਕਸਟ ਸਭ ਤੋਂ ਪਹਿਲਾਂ ਇਨਕ੍ਰਿਪਸ਼ਨ ਮੈਥਡ ਦੇ ਕੋਲ ਜਾ ਰਿਹਾ। ਉੱਥੇ ਕਿ ਇਨਕ੍ਰਿਪਸ਼ਨ ਕੀ ਹੋਏਗੀ ਕਿ ਇਨਕ੍ਰਿਪਟ ਹੋਣ ਤੋਂ ਬਾਅਦ ਇਹ ਸਾਈਫਰ ਟੈਕਸਟ ਦੇ ਵਿੱਚ ਬਦਲ ਰਿਹਾ। ਸਾਈਫਰ ਟੈਕਸਟ ਨੂੰ ਅੱਗੇ ਰਿਸੀਵਰ ਦੇ ਦੁਆਰਾ ਡਿਕ੍ਰਿਪਟ ਕੀਤਾ ਜਾਏਗਾ ਡਿਕ੍ਰਿਪਸ਼ਨ ਮੈਥਡ ਦੇ ਨਾਲ ਤੇ ਇਸ ਦੇ ਦੁਆਰਾ ਵੀ ਸੇਮ ਕੀ ਕੇ ਵਰਤੀ ਜਾਏਗੀ ਡਿਕ੍ਰਿਪਸ਼ਨ ਦੇ ਲਈ ਤੇ ਉਸ ਤੋਂ ਬਾਅਦ ਪਲੇਨ ਟੈਕਸਟ ਰਿਸੀਵਰ ਦੇ ਕੋਲ ਦੁਬਾਰਾ ਵਾਪਸ ਪਹੁੰਚੇਗਾ। ਉਹ ਮੈਸੇਜ ਜਿਸ ਨੂੰ ਇਨਕ੍ਰਿਪਟ ਕਰਨਾ ਹੋਵੇ, ਜਿਸ ਨੂੰ ਕਿ ਪਲੇਨ ਟੈਕਸਟ ਕਿਹਾ ਜਾਂਦਾ ਹੈ, ਉਹ ਇੱਕ ਫੰਕਸ਼ਨ ਦੇ ਦੁਆਰਾ ਜੋ ਕਿ ਇੱਕ ਕੀ ਦੇ ਦੁਆਰਾ ਪੈਰਾਮੀਟਰਾਈਜ਼ਡ ਕੀਤਾ ਹੋਏਗਾ ਟ੍ਰਾਂਸਫਾਰਮ ਕੀਤਾ ਜਾਂਦਾ ਹੈ। ਇਸ ਇਨਕ੍ਰਿਪਸ਼ਨ ਪ੍ਰੋਸੈਸ ਦੀ ਆਊਟਪੁੱਟ, ਜਿਸ ਨੂੰ ਕਿ ਸਾਈਫਰ ਟੈਕਸਟ ਵਜੋਂ ਜਾਣਿਆ ਜਾਂਦਾ ਹੈ, ਇਹ ਉਸ ਤੋਂ ਬਾਅਦ ਟ੍ਰਾਂਸਮਿਟ ਕੀਤੀ ਜਾਂਦੀ ਹੈ ਕਿਸੇ ਵੀ ਮੈਸੇਂਜਰ ਦੇ ਦੁਆਰਾ ਜਾਂ ਰੇਡੀਓ ਸਿਗਨਲ ਦੀ ਫਾਰਮ ਦੇ ਵਿੱਚ। ਹੁਣ ਜੇ ਇਹ ਮੰਨ ਲਿਆ ਜਾਵੇ ਕਿ ਜੋ ਐਨਮੀ ਆ, ਇੰਟਰੂਡਰ ਆ, ਉਹ
ਮੈਸੇਜ ਨੂੰ ਸੁਣਦਾ ਹੈ ਅਤੇ ਬਿਲਕੁਲ ਸਹੀ ਕੰਪਲੀਟ ਸਾਈਫਰ ਟੈਕਸਟ ਦੀ ਕਾਪੀ ਰਾਈਟ ਡਾਊਨ ਕਰ ਲੈਂਦਾ ਹੈ। ਫਿਰ ਵੀ ਇੱਕ ਇੰਟੈਂਡਡ ਰੈਸੀਪੀਐਂਟ ਦੀ ਤਰ੍ਹਾਂ, ਮਤਲਬ ਜਿਸ ਨੂੰ ਇਹ ਕਾਪੀ ਮਿਲਣੀ ਹੋਏਗੀ, ਇਨਕ੍ਰਿਪਟਡ ਕਾਪੀ ਮਿਲਣੀ ਹੋਏਗੀ, ਉਹ ਜੋ ਇੰਟਰੂਡਰ ਹੋਏਗਾ ਉਸ ਨੂੰ ਇਹ ਨਹੀਂ ਪਤਾ ਹੋਏਗਾ ਕਿ ਡਿਕ੍ਰਿਪਸ਼ਨ ਕੀ ਹੈ ਜਾਂ ਡਿਕ੍ਰਿਪਸ਼ਨ ਕੀ ਕਿਹੜੀ ਹੈ। ਤਾਂ ਕਰਕੇ ਉਹ ਜੋ ਸਾਈਫਰ ਟੈਕਸਟ ਆ ਉਸ ਨੂੰ ਈਜ਼ੀਲੀ ਡਿਕ੍ਰਿਪਟ ਨਹੀਂ ਕਰ ਸਕੇਗਾ। ਇੱਥੇ ਹੁਣ ਪੈਸਿਵ ਇੰਟਰੂਡਰ ਦਾ ਮਤਲਬ ਹੈ ਕਿ ਉਹ ਜੋ ਇੰਟਰੂਡਰ ਹੈ ਉਹ ਕਮਿਊਨੀਕੇਸ਼ਨ ਚੈਨਲ ਨੂੰ ਜਿਸ ਦੇ ਥਰੂ ਮੈਸੇਜ ਨੇ ਟਰੈਵਲ ਕਰਨਾ ਹੈ ਉਸ ਨੂੰ ਸਿਰਫ ਲਿਸਨ ਕਰ ਰਿਹਾ ਹੈ, ਅਤੇ ਜੋ ਐਕਟਿਵ ਇੰਟਰੂਡਰ ਹੁੰਦਾ ਉਹ ਇਸ ਮੈਸੇਜ ਨੂੰ ਰਿਕਾਰਡ ਵੀ ਕਰ ਸਕੇਗਾ, ਉਸ ਨੂੰ ਦੁਬਾਰਾ ਵੀ ਪਲੇ ਕਰ ਸਕੇਗਾ, ਤੇ ਇਸ ਤੋਂ ਬਿਨਾਂ ਇਸ ਕਮਿਊਨੀਕੇਸ਼ਨ ਚੈਨਲ ਦੇ ਉੱਪਰ ਆਪਣੇ ਮੈਸੇਜ ਵੀ ਇੰਜੈਕਟ ਕਰ ਸਕੇਗਾ, ਜਾਂ ਜੋ ਮੈਸੇਜ ਜਾ ਰਿਹਾ ਰਿਸੀਵਰ ਦੇ ਕੋਲ ਉਸ ਮੈਸੇਜ ਨੂੰ ਮੋਡੀਫਾਈ ਵੀ ਕਰ ਸਕੇਗਾ ਇਸ ਤੋਂ ਪਹਿਲਾਂ ਕਿ ਉਹ ਰਿਸੀਵਰ ਦੇ ਕੋਲ ਪਹੁੰਚੇ।